अस्सलाम वालेकुम जी, सब ਦਾ ਵਾਮ ਵੈਲਕਮ ਸਾਡੇ ਚੈਨਲ ਤੇ ਹੈ। ਅੱਜ ਬੇਸਿਕ ਟੌਪਿਕ ਵੀਡੀਓ ਦਾ ਐਸੀ ਹੈ ਕਿ ਅਸੀਂ ਸਮਝਾਂਗੇ ਕਿ ਸਪੇਨ ਦੀ ਏਜੰਸੀਜ਼ ਕਿਸ ਤਰ੍ਹਾਂ ਸੀਕ੍ਰੇਟਲੀ ਬਿਜ਼ਨਸ ਸਾਡੇ ਬਿਜ਼ਨਸ ਨੂੰ ਚੈੱਕ ਕਰਦੀਆਂ ਰਹਿੰਦੀਆਂ ਨੇ, ਸਾਨੂੰ ਪਤਾ ਵੀ ਨਹੀਂ ਹੁੰਦਾ, ਔਰ ਲੋਕ ਕਿਸ ਤਰ੍ਹਾਂ ਫਰਾਡ ਕਰਦੇ ਨੇ ਔਰ ਸਪੇਨ ਦੀ ਗੌਰਮੈਂਟ ਕਿਸ ਤਰ੍ਹਾਂ ਉਹਨਾਂ ਫਰਾਡਾਂ ਨੂੰ ਕੰਟਰੋਲ ਕਰਦੀ ਹੈ ਔਰ ਕਿਹੜੀ ਕਿਹੜੀ ਕਾਨੂੰਨ ਸਾਜ਼ੀ ਕਰਦੀ ਜਿਹਦੇ ਥਰੂ ਹਰ ਆਏ ਦਿਨ ਦੇ ਨਾਲ ਇਹ ਚੀਜ਼ ਮੁਸ਼ਕਲ ਹੁੰਦੀ ਜਾਂਦੀ ਹੈ। ਕਿਉਂਕਿ ਜਿਹੜੇ ਲੋਕ ਵੀ ਸਪੇਨ 'ਚ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਸਪੇਨ ਦੇ ਵਿੱਚ ਅੱਜ ਤੋਂ 10 ਸਾਲ ਪਹਿਲੇ ਨਗਦ ਪੇਮੈਂਟ ਔਰ ਕਾਰਡ ਪੇਮੈਂਟ ਦਾ ਇਹ ਰੁਝਾਨ ਨਹੀਂ ਸੀ ਜਿਸ ਤਰ੍ਹਾਂ ਹੁਣ ਹੋ ਰਿਹਾ, ਔਰ ਹਰ ਗੁਜ਼ਰਦੇ ਦਿਨ ਦੇ ਨਾਲ ਕਾਰਡ ਪੇਮੈਂਟ ਜਿਹੜੀ ਹੈ ਲੋਕੀ ਜ਼ਿਆਦਾ ਕਾਰਡ ਨਾਲ ਪੇਮੈਂਟ ਕਰ ਰਹੇ ਨੇ, ਨਗਦ ਪੇਮੈਂਟ ਦੀ ਨਿਸਬਤ ਹੈ। ਔਰ ਕਰੋਨਾ ਵਾਇਰਸ ਤੋਂ ਬਾਅਦ ਵੀ ਇਸ ਕੰਟੈਕਟਲੈਸ ਪੇਮੈਂਟ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੈ, ਔਰ ख़ास ਕਰਕੇ ਲੋਕ ਬਾਈ ਕਾਰਡ, ਪੇਪਾਲ ਜਾਂ ਬੀਜ਼ਮ ਦੇ ਥਰੂ ਬਹੁਤ ਜ਼ਿਆਦਾ ਪੇਮੈਂਟਸ ਕਰ ਰਹੇ ਨੇ ਹੈ। ਹੁਣ ਉਹਨਾਂ ਦੁਕਾਨਾਂ 'ਤੇ ਵੀ, ਉਹਨਾਂ ਛੋਟੇ ਸਟੋਰਸ 'ਤੇ ਵੀ ਲੋਕਾਂ ਨੇ ਮਸ਼ੀਨਾਂ ਰੱਖ ਰਹੀਆਂ ਨੇ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਕਾਰਡ ਤੋਂ ਪੇਮੈਂਟ ਕਰਾਂਗੇ ਹੈ। ਔਰ ਹਰ ਗੌਰਮੈਂਟ ਵਾਸਤੇ, ਹਰ ਏਜੰਸੀਜ਼ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਕਿ ਨਗਦ ਪੇਮੈਂਟ ਨੂੰ ਕੰਟਰੋਲ ਕੀਤਾ ਜਾਏ। ਜਿਹੜੇ ਬਿਜ਼ਨਸ ਤੇ ਕਿਤੇ ਨਗਦ ਪੇਮੈਂਟ ਹੋ ਰਹੀ ਉਸ ਨੂੰ ਕੰਟਰੋਲ ਕੀਤਾ ਜਾਏ ਹੈ। ਔਰ ਏਜੰਸੀਜ਼ ਨੂੰ ਸਪੈਸ਼ਲ ਇਹ ਵੀ ਫਿਕਰ ਹੁੰਦੀ ਹੈ ਕਿ ਲੋਕ ਛੋਟੇ ਬਿਜ਼ਨਸ ਦੀ ਆੜ ਵਿੱਚ ਬਲੈਕ ਔਰ ਵਾਈਟ ਮਨੀ ਤਾਂ ਨਹੀਂ ਕਰ ਰਹੇ, ਜਾਂ ਇਸ 'ਤੇ ਉਹਨਾਂ ਦਾ ਕੋਈ ਦੂਸਰਾ ਧੰਦਾ ਤਾਂ ਨਹੀਂ ਹੈ ਜਿਸ ਨੂੰ ਉੱਥੇ ਆ ਕੇ ਵਾਈਟ ਕਰ ਰਹੇ ਨੇ ਹੈ। ਕਿਉਂਕਿ ਜਿਹੜੇ ਕਾਰਡ ਹੁੰਦੇ ਨੇ ਉਹਨਾਂ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ। ਹੁਣ ਅਸੀਂ ਦੇਖਾਂਗੇ ਕਿ ਬਿਜ਼ਨਸ ਦਾ ਇਹਨਾਂ ਨਾਲ ਕੀ ਤਲਕ ਹੈ। ਆਟੋਨੋਮਸ ਜਾਂ ਜਿਹੜੇ ਛੋਟੇ ਬਿਜ਼ਨਸ ਨੇ ਇਹਨਾਂ 'ਤੇ ਜ਼ਿਆਦਾ ਨਗਦ ਪੇਮੈਂਟ ਹੁੰਦੀ ਹੈ, ਔਰ ਹਮੇਸ਼ਾ ਹਾਸੀਅੰਦਾ ਵਾਸਤੇ ਜਾਂ ਏਜੰਸੀਜ਼ ਵਾਸਤੇ ਹਮੇਸ਼ਾ ਸਰ ਦਰਦ ਬਣਿਆ ਰਹਿੰਦਾ ਹੈ ਕਿ ਇਸ ਨਕਦ ਪੇਮੈਂਟ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏ ਹੈ। ਇਸੇ ਗੱਲ ਏਜੰਸੀਜ਼ ਸੀਕ੍ਰੇਟਲੀ ਕੋਸ਼ਿਸ਼ ਤਾਂ ਕਰਦੀਆਂ ਰਹਿੰਦੀਆਂ ਨੇ, ਲੇਕਿਨ ਫਿਰ ਵੀ ਉਹਨਾਂ ਵਾਸਤੇ ਮੁਸ਼ਕਲ ਹੁੰਦਾ ਹੈ ਕਿ ਇਹ ਜਿਹੜੀ ਬਲੈਕ ਮਨੀ ਵਾਈਟ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਅਸੀਂ ਕੰਟਰੋਲ ਕਰੀਏ ਹੈ। ਇਸੇ ਗੱਲੇ ਤੁਸੀਂ ਦੇਖਦੇ ਹੋ ਕਿ ਹਰ ਗੁਜ਼ਰਦੇ ਦਿਨ ਦੇ ਨਾਲ ਇਹ ਨਵੀਂ ਕਾਨੂੰਨ ਸਾਜ਼ੀ ਕਰ ਰਹੇ ਨੇ ਹੈ ਕਿ ਤਾਂ ਕਿ ਬੰਦੇ ਬਾਈ ਕਾਰਡ ਪੇਮੈਂਟ ਕਰਨ, ਬੰਦੇ ਨਗਦ ਪੇਮੈਂਟ ਨਾ ਕਰਨ। ਇਸ ਦੀ ਬੁਨਿਆਦੀ ਵਜ੍ਹਾ ਕੀ ਹੈ? ਇਸ ਦੀ ਬੁਨਿਆਦੀ ਵਜ੍ਹਾ ਹੈ ਵੇ ਕਿ ਜਦੋਂ ਵੀ ਅਸੀਂ 3 ਮਹੀਨੇ ਬਾਅਦ ਸਪੇਨ ਦੇ 'ਚ ਸਿਸਟਮ ਹੈ ਕਿ ਅਸੀਂ ਆਪਣੀ ਜਿਤਨੀ ਵੀ ਸੇਲ ਹੋਈ ਹੈ, ਜਿਤਨੀ ਵੀ ਬਚਤ ਹੋਈ ਹੈ, ਜਿਤਨੇ ਵੀ ਸਾਡੇ ਖਰਚੇ ਹੋਏ ਨੇ, ਅਸੀਂ ਸਾਰੇ ਉਹਨਾਂ ਨੂੰ ਦਿੰਦੇ ਹਾਂ। ਠੀਕ ਹੈ ਜੀ। ਔਰ ਇਹਦੇ 'ਚ ਅਸੀਂ ਝੂਠ ਵੀ ਮਾਰ ਸਕਦੇ ਹਾਂ, ਇਹਨਾਂ ਕੋਲ ਕੋਈ ਸਾਡਾ ਰਿਕਾਰਡ ਨਹੀਂ ਹੁੰਦਾ ਕਿਸੇ ਵੀ ਬਿਜ਼ਨਸ ਦਾ ਕਿ ਇਹ ਕਿਸ ਤਰ੍ਹਾਂ ਇਹ ਵਾਕਈ ਅਸਲ ਬਾਤ ਹੈ ਜਾਂ ਨਹੀਂ ਹੈ। ਲੇਕਿਨ ਹੁਣ ਟਫ ਹੋ ਰਿਹਾ ਕਿਉਂਕਿ ਹੁਣ ਜ਼ਿਆਦਾਤਰ ਬਾਈ ਕਾਰਡ ਪੇਮੈਂਟ ਹੋ ਰਹੀ ਹੈ। ਔਰ ਬਾਈ ਕਾਰਡ ਝੂਠ ਨਹੀਂ ਮਾਰਿਆ ਜਾ ਸਕਦਾ ਕਿਉਂਕਿ ਬਾਈ ਨਗਦ 'ਤੇ ਉਹ ਕੰਟਰੋਲ ਨਹੀਂ ਕਰ ਸਕਦੇ ਹਨ, ਲੇਕਿਨ ਬਾਈ ਕਾਰਡ ਉਹਨਾਂ ਕੋਲ ਤੁਹਾਡੀ ਹਰ ਇੱਕ ਸਿੰਗਲ ਮੂਵਮੈਂਟ ਹੁੰਦੀ ਹੈ। ਠੀਕ ਹੈ ਜੀ। ਤੁਸੀਂ ਕਿਤਨੀ ਮਹੀਨੇ ਤੁਹਾਡੀ ਸੇਲ ਹੋਈ ਬਾਈ ਕਾਰਡ ਸਾਰੀ ਉਹਨਾਂ ਕੋਲ ਰਿਕਾਰਡ ਹੁੰਦਾ ਹੈ। ਤੁਸੀਂ ਦੇਖਿਆ ਹੋਣਾ ਕਿ ਬਾਰਸਲੋਨਾ 'ਚ ਅਗਰ ਦੇਖੋ ਤਾਂ ਬਦਲੂਨਾ ਸਾਈਡ 'ਤੇ ਚਾਈਨੀਜ਼ ਦੇ ਬਹੁਤ ਵੱਡੇ ਸਟੋਰਸ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਇਹੀ ਤਰੀਕਾ ਅਪਣਾਇਆ ਹੋਇਆ ਸੀ ਕਿ ਨਗਦ ਤੋਂ ਪੇਮੈਂਟ ਨਹੀਂ ਸੀ ਲੈਂਦੇ ਹਨ, ਲੇਕਿਨ ਹੁਣ ਉਹਨਾਂ ਵੀ ਆਸਤਾ ਸ਼ੁਰੂ ਕਰ ਦਿੱਤੀ ਹੈ। ਇਹਦੇ ਵਾਸਤੇ ਬੰਦਿਆਂ ਨੂੰ ਜ਼ਿਆਦਾਤਰ ਮਸਲਾ ਇਹ ਬੰਦੇ ਸੀ ਕਿ ਜਿਹੜੇ ਲੋਕ ਜ਼ਿਆਦਾ ਨਗਦ ਪੇਮੈਂਟ ਹੁੰਦੇ ਸੀ, ਬੰਦੇ ਉਹ ਨਗਦ ਪੈਸੇ ਇਕੱਠੇ ਕਰ ਲੈਂਦੇ ਸੀ ਹੈ, ਔਰ ਜਦੋਂ ਕਦੇ ਆਪਣੇ ਕੰਟਰੀ ਜਾਣਾ 50 60 70 ਹਜ਼ਾਰ ਯੂਰੋ ਜੇਬ 'ਚ ਪਾ ਕੇ ਚਲੇ ਜਾਂਦੇ ਸੀ। ਫਿਰ ਜਦੋਂ ਫੜੇ ਜਾਂਦੇ ਸੀ ਏਅਰਪੋਰਟਾਂ 'ਤੇ, ਫਿਰ ਉਹਨਾਂ ਕੋਲ ਪ੍ਰੂਫ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਨਗਦ ਪੇਮੈਂਟ ਨੂੰ ਪ੍ਰੂਫ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਕਿ ਮੇਰਾ ਓਰੀਜਨਲ ਸੋਰਸ ਹੈ ਹੀ ਹੈ। ਫਿਰ ਉਹ ਪੈਸੇ ਵੀ ਵਾਪਸ ਉਹਨਾਂ ਕੋਲ ਲੈਣਾ ਇੱਕ ਟਫ ਸਿਚੁਏਸ਼ਨ ਹੁੰਦੀ ਸੀ ਜੀ। ਹੁਣ ਅਸੀਂ ਸਮਝਾਂਗੇ ਕਿ ਕਿਹੜੇ ਉਹ ਬਿਜ਼ਨਸ ਨੇ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ 'ਚ ਚਾਂਸਿਸ ਹੁੰਦੇ ਨੇ ਨਗਦ ਪੇਮੈਂਟ ਜਿਨ੍ਹਾਂ 'ਚ ਜ਼ਿਆਦਾ ਹੁੰਦੀ, ਜਿਨ੍ਹਾਂ 'ਚ ਜ਼ਿਆਦਾ ਫਰਾਡ ਦੇ ਚਾਂਸਿਸ ਹੁੰਦੇ ਨੇ। ਉਹਨਾਂ 'ਚ ਇੱਕ ਕਰਿਆਨਾ ਸਟੋਰ। ਅਗਰ ਤੁਸੀਂ ਕਤਾਲੂਨੀਆ 'ਚ ਰਹਿੰਦੇ ਹੋ तो इतने तो बहुत ज़्यादा पाकिस्तानी करियाना स्टोर भी हैं, लेकिन ओवरऑल जितने स्पेन छोटे मोटे वड्डे करियाना स्टोर ने वो, उस तो बाद रेस्टोरेंट, उस तो बाद इनमोबिलियारिया ਜਿਹੜੇ ਲੋਕ ਜਿਹੜੀਆਂ ਏਜੰਸੀਜ਼ ਨੇ ਔਰ ਉਹ ਕਿਰਾਏ 'ਤੇ ਦੁਕਾਨਾਂ ਮਕਾਨ ਵਗੈਰਾ ਦਿੰਦੇ ਨੇ ਹੈ। ਉਸ ਤੋਂ ਬਾਅਦ ਕੰਸਟਰਕਸ਼ਨ ਦਾ ਬਿਜ਼ਨਸ, ਔਰ 5ਵੇਂ ਨੰਬਰ 'ਤੇ ਜਿਹੜੇ ਲੋਕ ਛੋਟਾ ਮੋਟਾ ਰਿਫੋਰਮਸ ਕਰਦੇ ਨੇ ਘਰਾਂ ਜਾ ਕੇ ਚੀਜ਼ਾਂ ਰੈਗੂਲਰ ਕਰਦੇ ਨੇ ਘਰਾਂ ਜਾ ਕੇ, ਇਹ ਚੀਜ਼ਾਂ ਹੈ। ਇਹ 4-5 ਬਿਜ਼ਨਸ ਇਹੋ ਜਿਹੇ ਨੇ ਜਿਹੜੇ ਏਜੰਸੀਜ਼ ਦੀ ਹਿੱਟ ਲਿਸਟ 'ਤੇ ਨੇ ਹੈ ਔਰ ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਫਰਾਡਸ ਹੁੰਦੇ ਨੇ ਹੈ। ਇਸ ਤੋਂ ਪਹਿਲੇ ਕਾਨੂੰਨ ਸਾਜ਼ੀ ਇਹਨਾਂ ਨੇ ਇਹ ਕੀਤੀ ਸੀ ਹੈ ਕਿ ਜੁਲਾਈ 2021 ਦੇ ਵਿੱਚ ਕਾਨੂੰਨ ਲੈ ਕੇ ਆਏ ਸੀ ਕਿ ਕੋਈ ਵੀ ਸੁਪਰ ਸਟੋਰ ਹੋ ਗਿਆ, ਰੈਸਟੋਰੈਂਟ ਹੋ ਗਿਆ, ਕੋਈ ਵੀ ਚੀਜ਼ ਹੈ ਉਹ ਨਗਦ ਪੇਮੈਂਟ 1000 ਯੂਰੋ ਤੋਂ ਉੱਤੇ ਨਹੀਂ ਕਰ ਸਕਦੇ, ਨਾ ਕਰ ਸਕਦੇ ਨੇ ਨਾ ਲੈ ਸਕਦੇ ਨੇ। ਯਾਨੀ ਕਿ ਕੋਈ ਵੀ ਆਪਣਾ ਆਪਰੇਸ਼ਨ ਹੈ, ਅਗਰ ਉਹਨਾਂ ਸੈੱਲ ਆਊਟ ਇੱਕ ਬੰਦੇ ਨੂੰ 1000 ਯੂਰੋ ਕੀਤਾ ਹੈ तो 1000 ਯੂਰੋ होगा तो उन्होंने बाई कार्ड ही लेना या बैंक ट्रांसफर लेना। ਇਹਦਾ ਹੈ ਕਿ ਮਤਲਬ ਹੋਵੇਗਾ ਕਿ ਗੌਰਮੈਂਟ ਦੀ
ਸਿਸਟਮ ਵਿੱਚ ਆ ਜਾਏਗਾ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਹੈ। ਇਸ ਤੋਂ ਪਹਿਲੇ 2500 ਯੂਰੋ ਸੀ, ਉਹਦੀ ਵਜ੍ਹਾ ਤੋਂ ਗੌਰਮੈਂਟ ਵਾਸਤੇ ਮੁਸ਼ਕਲ ਹੋ ਰਿਹਾ ਸੀ ਹੈ। ਲੇਕਿਨ ਇਨ ਫਿਊਚਰ ਕੀ ਹੋਵੇਗਾ ਕਿ ਇਨ ਫਿਊਚਰ ਮੁਸਤਕਬਲ ਵਿੱਚ ਜਾ ਕੇ ਇਹਦੇ ਵਿੱਚ ਵੀ ਕਮੀ ਆਵੇਗੀ, ਔਰ ਹੋ ਸਕਦਾ ਹੈ ਇਸ ਨੂੰ ਵੀ ਮਿਨੀਮਾਈਜ਼ ਕਰਕੇ ਕੁਝ ਸੌਆਂ 'ਤੇ ਲੈ ਆਉਣਾ, ਕਿਉਂਕਿ ਅਮੂਮਨ ਲੋਕ ਕੀ ਕਰਦੇ ਨੇ ਕਿ ਉਹ ਫਰਾਡ ਇਸ ਕਿਸਮ ਦਾ ਹੀ ਹੁੰਦਾ ਹੈ ਕਿ 3 ਮਹੀਨੇ ਬਾਅਦ ਜਦੋਂ ਅਸੀਂ ਇਹਨਾਂ ਨੂੰ ਦੱਸਦੇ ਨੇ ਕਿ ਸਾਨੂੰ ਤਾਂ ਕੱਖ ਨਹੀਂ ਬਚਿਆ ਹੈ, ਅਤੇ ਉਹ ਆਪਣਾ ਸਾਰਾ ਉਹ ਕੰਟਰੋਲ ਉਹ ਹੀ ਲੈ ਕੇ ਆਉਂਦੇ ਨੇ ਜੋ ਕਿ ਉਹਨਾਂ ਦੀ ਬਾਈ ਕਾਰਡ ਪੇਮੈਂਟ ਹੋਈ ਹੁੰਦੀ ਹੈ, ਔਰ ਬੱਚਤ ਵਿੱਚ ਉਹਨਾਂ ਦਾ 0 ਕੀਤਾ ਹੁੰਦਾ ਹੈ। ਹੁਣ ਉਹਦੀ ਵਜ੍ਹਾ ਤੋਂ ਫਿਰ ਅਸੀਂ ਦਾ ਜਿਹੜਾ ਹੁਣ ਬੰਦਿਆਂ ਨੂੰ ਆਸਤਾ ਆਸਤਾ ਪਿਛਲੇ ਸਾਲ ਤੋਂ ਜੁਰਮਾਨੇ ਕਰਨਾ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਉਹ ਲੋਕ ਸਿੰਧਾ ਸਮਝਦਾ ਕਿ ਇਹਨਾਂ ਨੇ ਸਾਨੂੰ ਫੁੱਲ ਰਿਕਾਰਡ ਨਹੀਂ ਦਿੱਤਾ ਹੈ। ਕਿਸ ਤਰ੍ਹਾਂ ਹੋ ਸਕਦਾ ਕਿ ਇਹਨਾਂ ਦੀ ਨਕਦ ਸੇਲ ਹੀ ਕੁਝ ਨਾ ਹੋਈ ਹੋਵੇ, ਕਿਉਂਕਿ ਉਹ ਸਾਰੇ ਸਿਸਟਮ ਨੂੰ ਸਮਝਦੇ ਨੇ ਹੈ। ਇਸ ਤੋਂ ਪਹਿਲੇ ਤਾਂ ਲੋਕ ਇਹ ਫਰਾਡ ਕਰੀ ਜਾ ਰਹੇ ਸੀ ਹੈ ਕਿ ਨਹੀਂ ਸਾਨੂੰ ਕੱਖ ਨਹੀਂ ਬਚਿਆ, ਔਰ ਉਸ ਤੋਂ ਬਾਅਦ ਨਗਦ ਰਕਮ ਨੂੰ ਅੱਗੇ ਪਿੱਛੇ ਸੈਂਡ ਕਰ ਦਿੱਤਾ ਹੈ। ਲੇਕਿਨ ਦਿਨ ਬ ਦਿਨ ਔਰ ਆਉਣ ਵਾਲੇ ਵਕਤਾਂ 'ਚ ਇਸ ਨੂੰ ਵੀ ਮਜ਼ੀਦ ਮੁਸ਼ਕਲ ਕੀਤਾ ਜਾਏਗਾ, ਔਰ ਏਜੰਸੀਜ਼ ਦੀ ਸਪੈਸ਼ਲ ਅੱਖ ਇਹਨਾਂ ਬਿਜ਼ਨਸ ਦੇ ਉੱਤੇ ਹੈ, ਔਰ ਸਪੈਸ਼ਲੀ ਸਾਡੇ ਬੰਦੇ ਕਰਦੇ ਹੀ ਹੈ। 2-3 ਬਿਜ਼ਨਸ ਹੈ, ਰੈਸਟੋਰੈਂਟ ਫਰੂਟੇਰੀਆ ਹੋ ਗਿਆ, ਰੈਸਟੋਰੈਂਟ ਹੋ ਗਿਆ, ਔਰ ਕਮਰਸ਼ੀਅਲ ਹੋ ਗਿਆ। ਹਰ ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਜ਼ੀਰੋ ਹੀ ਸ਼ੋਅ ਕਰੀਏ। ਫਿਰ ਜਦੋਂ ਲੋਕ ਏਅਰਪੋਰਟਸ ਵਗੈਰਾ 'ਤੇ ਫੜੇ ਜਾਂਦੇ ਨੇ ਤੇ ਫਿਰ ਇਸ਼ੂ ਬਣ ਜਾਂਦਾ ਕਿ ਇਹ ਪੈਸਿਆਂ ਦਾ ਸੋਰਸ ਆਇਆ ਕੀ ਸੀ ਹੈ। ਬਾਕੀ ਜਿਉਂਦੇ ਵਸਦੇ ਰਹੋ, ਆਬਾਦ ਰਹੋ, ਅੱਲਾ ਸਭ ਦਾ ਹਾਮੀ ਨਾਸਰ ਰਵੇ। ਟੇਕ ਕੇਅਰ, ਅੱਲਾ ਹਾਫਿਜ਼।